ਹੈਲੋ ਫਰੈਂਡਸ, ਗੁੱਡ ਮਾਰਨਿੰਗ। ਦੀ ਵੀਜ਼ਾ ਵੀਰੋ YouTube ਚੈਨਲ ਤੋਂ ਆਪ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਹੋਇਆ ਰਾਮ ਭਾਟੀਆ ਇੱਕ ਨਵੀਂ ਜਾਣਕਾਰੀ ਦੇ ਨਾਲ ਫਿਰ ਆਪ ਜੀ ਦੇ ਰੂਬਰੂ ਹੋਇਆ ਹਾਂ। ਉਮੀਦ ਹੈ ਦੋਸਤੋ ਇਹ ਜਾਣਕਾਰੀ ਜਿਹੜੀ ਹੈ ਆਪ ਸਭ ਜੀ ਦੇ ਲਈ ਫਰੂਟਫੁਲ ਹੋਵੇਗੀ। ਜਾਣਕਾਰੀ ਹੈ ਦੋਸਤੋ ਜੋ ਕੈਨੇਡਾ ਨੂੰ ਲੈ ਕੇ ਮਾਰਕੀਟ ਦੇ ਵਿੱਚ ਨੈਗੇਟਿਵਿਟੀ ਫੈਲੀ ਹੋਈ ਹੈ, ਜੋ ਰਿਊਮਰਸ ਦੇਖਣ ਨੂੰ ਮਿਲ ਰਹੇ ਨੇ ਕਿ ਕੈਨੇਡਾ ਬਹੁਤ ਸਖਤ ਹੋ ਗਿਆ ਹੈ, ਕੈਨੇਡਾ ਰਿਫਿਊਜ਼ਲ ਬਹੁਤ ਦੇ ਰਿਹਾ ਹੈ, ਕੈਨੇਡਾ ਬੇਵਜ੍ਹਾ ਰਿਫਿਊਜ਼ਲ ਦੇ ਰਿਹਾ ਹੈ। ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿ ਇਹ ਰਿਫਿਊਜ਼ਲ ਆਖਿਰਕਾਰ ਦੇ ਕੌਣ ਰਿਹਾ ਹੈ, ਰਿਫਿਊਜ਼ਲ ਦਾ ਕਾਰਨ ਕੀ ਹੈ, ਗਵਰਨਮੈਂਟ ਕਿਸ ਤਰ੍ਹਾਂ ਦੇ ਪੈਰਾਮੀਟਰਸ ਲੈ ਕੇ ਜਿਹੜੇ ਆ ਉਹ ਫਰਦਰ ਇਸ ਰਿਫਿਊਜ਼ਲ ਦੇ ਉੱਪਰ ਵਰਕ ਕਰੇਗੀ, ਕਿਸ ਤਰ੍ਹਾਂ ਵਰਕ ਕਰੇਗੀ, ਕੀ ਉਹਨਾਂ ਦੀ ਪਲੈਨਿੰਗ ਹੈ, ਕਿੰਨਾ ਨਵਾਂ ਸਟਾਫ ਜਿਹੜਾ ਰਿਕਰੂਟ ਕੀਤਾ ਗਿਆ ਹੈ ਬੈਕਲੌਗ ਨੂੰ ਕਲੀਅਰ ਕਰਨ ਦੇ ਲਈ। ਸੋ ਦੋਸਤੋ ਫਸਟ ਆਫ ਆਲ ਗੱਲ ਕਰਦੇ ਹਾਂ ਆਪਾਂ ਰਿਫਿਊਜ਼ਲ ਦੇ ਉੱਪਰ। ਰਿਫਿਊਜ਼ਲ ਦੇ ਡਾਟਾ ਤੇ ਗੱਲ ਕਰੀਏ ਤਾਂ ਦੋਸਤੋ 2018 ਦੇ ਵਿੱਚ ਰਿਫਿਊਜ਼ਲ ਰੇਟ ਜਿਹੜਾ ਸੀਗਾ ਨਾਰਮਲ ਦੇ ਵਿੱਚ ਆਪਾਂ ਗੱਲ ਕਰੀਏ ਦੋਸਤੋ ਤਾਂ 34% ਸੀਗਾ। 2018 ਔਰ 19 ਦੀ ਗੱਲ ਕਰੀਏ ਦੋਸਤੋ ਇਹ ਵੱਧ ਕੇ ਜਿਹੜਾ ਹੈ 40% ਹੋ ਗਿਆ। ਉਸ ਤੋਂ ਬਾਅਦ ਦੋਸਤੋ 2021 ਦੀ ਗੱਲ ਕਰੀਏ ਤਾਂ ਜਿਵੇਂ ਆਪਾਂ ਨੂੰ ਪਤਾ ਹੈ ਕਿ COVID-19 ਜਿਹੜਾ ਹੈ ਆਪਣਾ ਪੀਕ ਤੇ ਸੀਗਾ। ਸੋ ਡਿਊ ਟੂ ਦੈਟ ਦੋਸਤੋ ਜਿਹੜਾ ਬੈਕਲੌਗ ਹੈ ਕਾਫੀ ਇਨਕਰੀਜ਼ ਹੋਇਆ ਔਰ ਰਿਫਿਊਜ਼ਲ ਰੇਟ ਜਿਹੜਾ ਸੀਗਾ ਦੋਸਤੋ ਉਹ ਵੱਧ ਕੇ 57% ਤੇ ਚਲਾ ਗਿਆ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਦੋਸਤੋ ਕਿ ਲਾਸਟ ਈਅਰ ਵੀ ਜਿਹੜਾ ਸਟਾਰਟਿੰਗ ਦੇ ਵਿੱਚ ਰਿਜ਼ਲਟ ਦੇਖਣ ਨੂੰ ਮਿਲੇ ਨੇ ਐਸ ਪਰ ਗਵਰਨਮੈਂਟ ਸਾਈਟ, ਕੈਨੇਡਾ ਦੀ ਗਵਰਨਮੈਂਟ ਸਾਈਟ ਦੱਸ ਰਹੀ ਹੈ ਕਿ ਤਕਰੀਬਨ 60% ਪਲੱਸ ਦੀ ਰਿਫਿਊਜ਼ਲ ਰੇਟ ਜਿਹੜੀ ਆ ਉਹ ਦੇਖਣ ਨੂੰ ਮਿਲੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਦੋਸਤੋ ਕਿ ਰਿਫਿਊਜ਼ਲ ਕਿਉਂ ਮਿਲੀ, ਕਿਸ ਨੇ ਦਿੱਤੀ। ਬਹੁਤ ਸਾਰੀਆਂ ਅੱਛੀਆਂ ਪ੍ਰੋਫਾਈਲਸ ਜਿਨ੍ਹਾਂ ਦੇ ਆਪਾਂ ਗੱਲ ਕਰੀਏ ਦੋਸਤੋ 70, 75 ਜਾਂ 80% ਮਾਰਕਸ ਸੀਗੇ, CBSE ਬੋਰਡ ਦੇ ਪੜ੍ਹੇ ਸੀ, ਕਨਵੈਂਟ ਸਕੂਲਾਂ ਦੇ ਪੜ੍ਹੇ ਹੋਏ ਬੱਚੇ ਵਿਦ 7 ਬੈਂਡ SDS ਫਾਈਲ ਸੀਗੀ, ਫੀਸਾਂ ਪੇ ਸੀਗੀਆਂ, ਅਗਲੇ ਸਾਲ ਦਾ ਬੈਲੈਂਸ ਜਿਹੜਾ ਸ਼ੋ ਕੀਤਾ ਗਿਆ ਸੀਗਾ ਤਾਂ ਰਿਫਿਊਜ਼ ਕਿਸ ਤਰ੍ਹਾਂ ਹੋ ਗਿਆ। ਸੋ ਦੋਸਤੋ ਕੈਨੇਡਾ ਗਵਰਨਮੈਂਟ ਨੇ ਕੀ ਕੀਤਾ, ਜਦੋਂ COVID-19 ਦੇ ਕਰਕੇ ਆਪਾਂ ਨੂੰ ਪਤਾ ਹੈ ਕਿ ਪਰਸਨਲ ਅਪੀਅਰੈਂਸ ਔਰ ਪਰਸਨਲ ਸਿਟਿੰਗ ਜਿਹੜੀ ਹੈ ਦੋਸਤੋ ਬਹੁਤ ਸਾਰੇ ਆਫਿਸਿਸ ਦੇ ਵਿੱਚ ਰਿਸਟ੍ਰਿਕਟ ਕਰ ਦਿੱਤੀ ਗਈ ਸੀਗੀ। ਆਫਟਰ ਦੈਟ ਕੈਨੇਡਾ ਗਵਰਨਮੈਂਟ ਕੋਲ ਐਪਲੀਕੇਸ਼ਨ ਜਿਹੜੀਆਂ ਨੇ ਡੇ ਬਾਈ ਡੇ ਵੱਧ ਰਹੀਆਂ ਸੀਗੀਆਂ ਕਿਉਂਕਿ ਐਪਲੀਕੇਸ਼ਨ ਤੇ ਆਨਲਾਈਨ ਫਾਈਲ ਹੋਣੀ ਸ਼ੁਰੂ ਹੋ ਗਈ ਸੀਗੀ। ਫਾਈਲਾਂ ਜਿਹੜੀਆਂ ਦੋਸਤੋ ਡੇ ਬਾਈ ਡੇ ਵਧੀਆਂ ਜਾ ਰਹੀਆਂ ਸੀਗੀਆਂ ਸੋ ਦੈਟ ਉਸ ਬੈਕਲੌਗ ਨੂੰ ਕਲੀਅਰ ਕਰਨ ਲਈ ਜਾਂ ਉਹਨਾਂ ਫਾਈਲਾਂ ਤੇ ਵਰਕ ਕਰਨ ਦੇ ਲਈ ਸੋ ਕੈਨੇਡਾ ਗਵਰਨਮੈਂਟ ਜਿਹੜੇ ਹੈ ਦੋਸਤੋ ਇਹਨਾਂ ਫਾਈਲਾਂ ਦੇ ਉੱਤੇ ਵਰਕ ਕਰਨ ਦੇ ਵਾਸਤੇ ਡਿਜੀਟਲ ਵੇ ਦੇ ਨਾਲ ਇੱਕ ਸੌਫਟਵੇਅਰ ਉਸਨੇ ਲਗਾ ਦਿੱਤਾ ਫਾਈਲਾਂ ਨੂੰ ਪਿਕ ਕਰਕੇ ਉਹਨਾਂ ਤੇ ਰਿਜ਼ਲਟ ਬਣਾਉਣ ਦੇ ਲਈ, ਜਿਸ ਦਾ ਨਾਮ ਸੀਗਾ ਦੋਸਤੋ ਸ਼ੈਨੂਕ ਐਲਗੋਰਿਦਮ। ਸੋ ਇਹ ਸ਼ੈਨੂਕ ਐਲਗੋਰਿਦਮ ਜਿਹੜਾ ਸੀਗਾ ਦੋਸਤੋ ਇਹ ਕਿਸ ਤਰ੍ਹਾਂ ਵਰਕ ਕਰਦਾ ਸੀਗਾ, ਕੈਨੇਡਾ ਗਵਰਨਮੈਂਟ ਨੇ ਕੀ ਕੀਤਾ ਕਿ ਪਿਛਲੇ 10 ਸਾਲਾਂ ਦਾ ਜਿਹੜਾ ਡਾਟਾ ਹੈ ਉਹ ਚੱਕਿਆ ਔਰ ਚੱਕ ਕੇ ਇੱਕ ਸੌਫਟਵੇਅਰ ਨੂੰ ਦੇ ਦਿੱਤਾ। ਹੁਣ ਬੇਸਿਕਲੀ ਇਹ ਸੌਫਟਵੇਅਰ ਜਿਹੜਾ ਹੈ ਦੋਸਤੋ ਇਹ ਹਿਸਟਰੀ ਤੇ ਬੇਸਡ ਹੈਗਾ। ਹਿਸਟਰੀ ਕੀ ਹੈਗਾ ਕਿ ਇਸ ਸੌਫਟਵੇਅਰ ਨੂੰ ਪਿਛਲਾ 10 ਸਾਲ ਦਾ ਡਾਟਾ ਦੇ ਦਿੱਤਾ ਗਿਆ, ਜਿਸ ਦੇ ਵਿੱਚ ਮਲਟੀਪਲ ਜਿਹੜੀਆਂ ਨੇ ਔਰ ਮਲਟੀ ਟਾਈਪ ਦੀਆਂ ਐਪਲੀਕੇਸ਼ਨਸ ਸਬਮਿਟ ਹੋਈਆਂ ਸੀਗੀਆਂ ਉਹ ਸਾਰਾ ਡਾਟਾ ਇਹਨੂੰ ਦਿੱਤਾ ਗਿਆ। ਹੁਣ ਇਹ ਕੀ ਕਰਦਾ ਹੈ, ਜਿਹੜਾ ਨਵਾਂ ਆਪਾਂ ਕੋਈ ਵੀ ਐਪਲੀਕੇਸ਼ਨ ਲਾਉਂਦੇ ਆ ਦੋਸਤੋ, ਚਾਹੇ ਉਹ ਵਿਜ਼ਟਰ ਵੀਜ਼ਾ ਦੀ ਹੈ ਜਾਂ ਉਹ ਸਟੱਡੀ ਵੀਜ਼ਾ ਦੀ ਹੈ ਜਾਂ ਕਿਸੇ ਵੀ ਕੈਟਾਗਰੀ ਦੀ ਹੈ, ਇਹ ਸੌਫਟਵੇਅਰ ਜਿਹੜਾ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਹੈ ਇਹ ਆਟੋਮੈਟਿਕਲੀ ਤੁਹਾਡੀ ਫਾਈਲ ਨੂੰ ਚੈੱਕ ਕਰਦਾ ਹੈ। ਚੈੱਕ ਕਿਸ ਤਰ੍ਹਾਂ ਕਰਦਾ ਹੈ ਦੋਸਤੋ, ਇਹ ਐਨਾਲਾਈਜ਼ ਕਰਦਾ ਹੈ ਉਹਨਾਂ ਐਪਲੀਕੇਸ਼ਨ ਦੇ ਨਾਲ ਜਿਹੜੀਆਂ ਐਪਲੀਕੇਸ਼ਨ ਸੇਮ ਕੈਟਾਗਰੀ 'ਚ ਪਹਿਲਾਂ ਲੱਗੀਆਂ ਹੁੰਦੀਆਂ ਸੀਗੀਆਂ। ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਨੂੰ ਦੱਸਦਾ ਦੋਸਤੋ ਰਿਫਿਊਜ਼ਲ ਦਾ ਕਾਰਨ ਕਿਸ ਤਰ੍ਹਾਂ ਵਧਿਆ ਹੈ, ਕਿਸ ਤਰ੍ਹਾਂ ਇਹ ਰੇਟ ਔਰ ਇਹ ਰੇਸ਼ੋ ਜਿਹੜੀ ਹੈ ਅਪ ਗਈ ਹੈ। ਫਾਰ ਐਗਜ਼ਾਮਪਲ ਕੋਈ ਆਦਮੀ ਜਿਹੜਾ ਹੈ ਉਹ ਕੈਨੇਡਾ 'ਚ ਟੂਰਿਸਟ ਵੀਜ਼ਾ ਉਸਨੇ ਅਪਲਾਈ ਕੀਤਾ, ਉਸਨੂੰ ਸਪਾਂਸਰਸ਼ਿਪ ਆਈ, ਉਸਨੇ ਟੂਰਿਸਟ ਵੀਜ਼ਾ ਅਪਲਾਈ ਕੀਤਾ, ਵਿਜ਼ਟਰ ਵੀਜ਼ਾ ਅਪਲਾਈ ਕੀਤਾ। ਵਿਜ਼ਟਰ ਵੀਜ਼ਾ ਲੱਗਣ ਤੋਂ ਬਾਅਦ ਕੈਨੇਡਾ ਚਲਾ ਗਿਆ, ਬਟ ਆਫਟਰ ਦੈਟ ਉਸਨੇ ਉੱਥੇ ਜਾ ਕੇ ਆਪਣਾ ਸਟੇਟਸ ਜਾਂ ਤਾਂ ਚੇਂਜ ਕਰ ਲਿਆ ਜਾਂ ਉਹ ਵਾਪਸ ਨਹੀਂ ਆਇਆ। ਸੋ ਉਹ ਵਾਲਾ ਡਾਟਾ ਵੀ ਜਿਹੜਾ ਪਿਛਲੇ 10 ਸਾਲ 'ਚ ਦੋਸਤੋ ਇਸ ਤਰ੍ਹਾਂ ਦਾ ਅਲੱਗ-ਅਲੱਗ ਕੈਟਾਗਰੀ ਦਾ ਡਾਟਾ ਜਿਹੜਾ ਹੈ, ਬਹੁਤ ਸਾਰਾ ਡਾਟਾ ਹੈ ਜਿਹੜਾ ਉੱਥੇ ਇਕੱਠਾ ਹੋਇਆ ਹੈ ਪਿਛਲੇ 10 ਸਾਲ 'ਚ। ਔਰ ਜਦੋਂ ਇਹ ਰੇਸ਼ੋ 35 ਤੋਂ 40% ਚਲੀ ਜਾਂਦੀ ਹੈ ਦੋਸਤੋ ਤਾਂ ਉਹ ਸਿਸਟਮ ਜਿਹੜਾ ਹੈ ਉਹ ਆਟੋਮੈਟਿਕਲੀ ਉਸਨੂੰ ਰੈੱਡ ਫਲੈਗ ਦੇ ਦਿੰਦਾ ਹੈ। ਸੋ ਕਹਿਣ ਦਾ ਮਤਲਬ ਹੈ ਜੇਕਰ 100 ਆਦਮੀ ਵਿਜ਼ਟਰ ਵੀਜ਼ਾ ਜਿਸਨੇ ਅਪਲਾਈ ਕੀਤਾ ਉਹਦੇ ਵਿੱਚੋਂ 35 ਤੋਂ 40 ਆਦਮੀ ਜੇਕਰ ਵਾਪਸ ਨਹੀਂ ਆਏ ਤਾਂ ਉਸ ਦੇ ਉੱਪਰ ਬਕਾਇਦਾ ਇੱਕ ਰੈੱਡ ਫਲੈਗ ਦਾ ਮਾਰਕ ਜਿਹੜਾ ਹੈ ਦੋਸਤੋ ਦੇ ਦਿੱਤਾ ਜਾਂਦਾ। ਹੁਣ ਸੌਫਟਵੇਅਰ ਕੀ ਕਰਦਾ ਹੈ, ਜੇ ਤਾਂ ਪਰਸਨਲੀ ਮੈਂ ਫਾਈਲ ਨੂੰ ਦੇਖਣਾ ਹੋਵੇ ਤਾਂ ਮੈਂ ਉਹਦਾ ਸਿਸਟਮ ਅਲੱਗ ਹੈ, ਉਹਦਾ ਕ੍ਰਾਈਟੇਰੀਆ ਅਲੱਗ ਹੈ, ਉਸ ਨੂੰ ਮੈਂ ਆਪਣੇ ਲੈਵਲ ਤੇ ਅਲੱਗ ਤਰ੍ਹਾਂ ਨਾਲ ਵਿਊ ਕਰਾਂਗਾ ਫਾਈਲ ਨੂੰ। ਹੋ ਸਕਦਾ ਕੁਝ ਛੋਟੀ ਮੋਟੀ ਤੁਹਾਡੀ ਮਿਸਟੇਕ ਜਿਹੜੀ ਹੈ ਜਿਹੜੀ
मैं इग्नोर कर सकदा एज ए वीज़ा ऑफिसर, उसनूं शायद बाईपास करदा। पर सॉफ्टवेयर की करेगा दोस्तों? सॉफ्टवेयर जेकर तुहाडी एप्लीकेशन, तुहाडा फॉर्मेट, तुहाडा परपस जिहड़ा है पिछली किसी दी लगी हुई फाइल जिहड़ी रैड फ्लैग दे अंडर है ਉਹਦੇ ਨਾਲ मैच कर जाती है, तो सॉफ्टवेयर ਨੂੰ कमांड देने वाला कोई नहीं है दोस्तों। उन्हें ऑटोमैटिकली देखना है कि इस कैटागरी की यह एप्लीकेशन सीगियां जो कि रैड फ्लैग के अंडर है, तो ਤੁਹਾਨੂੰ भी उसने रैड फ्लैग दे देना। रैड फ्लैग तो नहीं देना, पर ਤੁਹਾਨੂੰ ਉਹਦੀ रिफ्यूजल दे देनी है। सो एक तो यह कारण है दोस्तों ज़्यादातर जी रिफ्यूजल आने का। सो दैट इस तो बाद गल करते हैं। इस तो बाद की गल है दोस्तों, ਜਿਹੜੀਆਂ SOP फाइल ਦੇ ਵਿੱਚ ਲਗਾਈਆਂ ਜਾਂਦੀਆਂ ਉਹ ਕਾਫੀ ਕੰਸਲਟੈਂਟ ਐਸੇ ਨੇ ਜਿਹੜੀਆਂ ਕਾਪੀ ਪੇਸਟ ਕਰੀ ਜਾਂਦੇ ਨੇ। ਸੋ SOP ਦੇ ਵਿੱਚ ਦੋਸਤੋ ਜਿਹੜੇ ਵਰਡਸ ਮੈਚ ਕਰ ਜਾਂਦੇ ਨੇ, ਉਹ ਵਰਡ ਜਦੋਂ ਤੁਹਾਡੇ ਮੈਚ ਕਰ ਜਾਂਦੇ ਨੇ ਤਾਂ ਸੌਫਟਵੇਅਰ ਨੂੰ ਕਮਾਂਡ ਦੇਣ ਵਾਲਾ ਕੋਈ ਨਹੀਂ ਹੈਗਾ ਕਿ ਇਹ ਅਲੱਗ ਫਾਈਲ ਹੈ ਜਾਂ ਇਹ ਅਲੱਗ ਫਾਈਲ ਹੈ। ਜਦੋਂ ਜ਼ਿਆਦਾਤਰ ਵਰਡਸ ਜਿਹੜੇ ਨੇ ਮੈਚ ਕਰ ਜਾਂਦੇ ਨੇ ਤਾਂ ਉਸ ਕੇਸ ਦੇ ਵਿੱਚ ਵੀ ਸੌਫਟਵੇਅਰ ਜਿਹੜਾ ਹੈ ਦੋਸਤੋ ਉਹ ਤੁਹਾਨੂੰ ਰਿਫਿਊਜ਼ਲ ਦੇ ਦਿੰਦਾ ਹੈ। ਉਸ ਨੂੰ ਲੱਗਦਾ ਹੈ ਕਿ ਇਹ ਚੀਜ਼ ਦੁਬਾਰਾ ਕਾਪੀ ਪੇਸਟ ਹੋ ਚੁੱਕੀ ਹੋਈ ਹੈ। ਉਹ ਸਿਸਟਮ ਜਿਹੜਾ ਹੈ ਸੌਫਟਵੇਅਰ ਹੀ ਇਸ ਤਰ੍ਹਾਂ ਦਾ ਹੈ, ਕਿਉਂਕਿ ਐਕਸਲ ਸ਼ੀਟ ਦੇ ਵਿੱਚ ਬਣਿਆ ਹੋਇਆ ਉਹ ਸੌਫਟਵੇਅਰ ਹੈ ਦੋਸਤੋ। ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ, ਹੋ ਸਕਦਾ ਹੈ ਕਿ ਕੋਈ ਐਸੇ ਡਾਕੂਮੈਂਟ ਜਿਹੜੇ ਤੁਸੀਂ ਆਨਲਾਈਨ ਸਬਮਿਟ ਕੀਤੇ ਆ ਪ੍ਰੋਪਰ ਸਕੈਨਡ ਨਾ ਹੋਏ ਹੋਣ। ਇਹ ਵੀ ਇੱਕ ਵੱਡਾ ਕਾਰਨ ਹੈ। ਦੇਖੋ ਮੈਂ ਫਿਰ ਉਸੇ ਗੱਲ ਤੇ ਆਉਂਦਾ, ਜੇਕਰ ਇੱਕ ਵੀਜ਼ਾ ਆਫਿਸਰ ਫਿਜ਼ੀਕਲੀ ਫਾਈਲ ਨੂੰ ਦੇਖ ਰਿਹਾ ਹੈ, ਅਗਰ ਫਾਈਲ ਸਕੈਨ ਜਿਹੜੀ ਹੈ ਉਹ ਪ੍ਰੋਪਰ ਮੰਨ ਲਓ ਨਹੀਂ ਆਈ, ਪਰ ਉਹ ਆਪਣੀ ਇੰਟੈਲੀਜੈਂਸੀ ਦੇ ਨਾਲ ਦੇਖ ਸਕਦਾ ਉਸ ਨੂੰ ਕਿ ਠੀਕ ਹੈ ਇੱਥੇ ਇਹ ਲਿਖਿਆ ਹੈ, ਮੈਨੂੰ ਥੋੜਾ ਬਹੁਤ ਦਿਖ ਰਿਹਾ ਹੈ ਜਾਂ ਮਿਸਪ੍ਰਿੰਟ ਹੈ ਜਾਂ ਕੁਝ ਉਹਦੇ 'ਚ ਐਰਰ ਹੈ, ਪਰ ਉਸ ਸੌਫਟਵੇਅਰ ਨੂੰ ਦੋਸਤੋ ਜਿਹੜਾ ਹੈ ਉਹ ਕੋਈ ਨਹੀਂ ਸਮਝਾ ਸਕਦਾ। ਸੋ ਦੈਟ ਇੱਕ ਇਹ ਵੀ ਰੀਜ਼ਨ ਜਿਹੜਾ ਹੈ ਉਹ ਤੁਹਾਡੀ ਰਿਫਿਊਜ਼ਲ ਦਾ ਬਣ ਸਕਦਾ ਹੈ। ਉਸ ਤੋਂ ਬਾਅਦ ਗੱਲ ਕਰਦੇ ਹਾਂ ਦੋਸਤੋ, ਬਹੁਤ ਸਾਰੇ ਪੇਪਰ ਜਿਹੜੇ ਨੇ ਟਰਾਂਸਲੇਟ ਹੋ ਕੇ ਨੋਟਰਾਈਜ਼ਡ ਹੋਣੇ ਹੁੰਦੇ ਆ। ਉਹ ਵੀ ਪੇਪਰ ਕੁਝ ਇੱਕ ਕਮੈਂਟ ਆਇਆ ਸੀਗਾ ਮੈਨੂੰ ਦੇਖਣ ਨੂੰ ਮਿਲਿਆ ਹੈ ਕਿ ਨੋਟਰੀ ਵਾਲੇ ਨੇ ਸਟੈਂਪ ਹੀ ਐਸੀ ਜਗ੍ਹਾ ਲਗਾ ਦਿੱਤੀ ਕਿ ਬੱਚੇ ਦੇ ਜਿਹੜਾ ਫਿਗਰ ਸੀਗੀ ਉਹ ਬੈਂਕ ਬੈਲੈਂਸ ਦੀ ਫਿਗਰ ਜਿਹੜੀ ਹੈ ਦੋਸਤੋ ਉਹ ਮਿਸਮੈਚ ਹੋ ਗਈ। ਮਿਸਮੈਚ ਹੋਣ ਦੇ ਨਾਲ ਵਰਡ ਦੇ ਵਿੱਚ ਕੁਝ ਲਿਖਿਆ ਸੀਗਾ ਔਰ ਜਿਹੜਾ ਨੁਮੈਰਿਕ ਕੁਝ ਹੋਰ ਲਿਖਿਆ ਹੋਇਆ ਸੀਗਾ। ਸੋ ਦੈਟ ਉਸ ਰੀਜ਼ਨ ਤੇ ਕਰਕੇ ਵੀ ਜਦੋਂ ਉਹਨੇ ਕੇਸ ਨੋਟ ਕਰਵਾਇਆ ਤਾਂ ਉਸਨੂੰ ਇਹ ਰੀਜ਼ਨ ਦੇਖ ਕੇ ਬੜੇ ਹੈਰਾਨੀ ਹੋਈ ਕਿ ਇਸ ਰੀਜ਼ਨ ਦੇ ਨਾਲ ਵੀ ਫਾਈਲ ਜਿਹੜੀ ਹੈ ਉਹ ਰਿਫਿਊਜ਼ ਹੋ ਗਈ। ਹੁਣ ਰਿਫਿਊਜ਼ ਕਿਉਂਕਿ ਉੱਥੇ ਇੰਟੈਲੀਜੈਂਸ ਜਿਹੜੀ ਆ ਆਰਟੀਫਿਸ਼ੀਅਲ ਇੰਟੈਲੀਜੈਂਸ ਵਰਕ ਕਰਦੀ ਸੀਗੀ, ਸੋ ਦੈਟ ਉਹ ਰਿਫਿਊਜ਼ਲ ਦਾ ਇੱਕ ਕਾਰਨ ਅਲੱਗ ਤੋਂ ਬਣ ਗਿਆ। ਸੋ ਇਸ ਤਰ੍ਹਾਂ ਦੇ ਇਹ ਕਾਰਨ ਸੀਗੇ ਦੋਸਤੋ ਜਿਸ ਦੇ ਕਾਰਨ ਇਹ ਜਿਹੜਾ ਸ਼ਿਨੋਕ ਐਲਗੋਰਿਦਮ ਸੌਫਟਵੇਅਰ ਹੈ ਇਹ ਜਿਹੜਾ ਪ੍ਰੋਬਲਮ ਕਰ ਰਿਹਾ ਹੈ। ਹੁਣ ਦੋਸਤੋ ਆਪਾਂ ਹੁਣ ਗੱਲ ਕਰੀਏ, ਇਹ ਤਾਂ ਹੋ ਗਿਆ ਕਿ ਰਿਫਿਊਜ਼ਲ ਕਿਉਂ ਆ ਰਹੀ ਹੈ ਬਾਰ-ਬਾਰ। ਸੋ ਅੱਗੋਂ ਕੋਈ ਵੀ ਫਾਈਲ ਤੁਸੀਂ ਕਰਨੀ ਹੈ ਆਪਣੀ, ਚਾਹੇ ਸਟੱਡੀ ਹੈ, ਟੂਰਿਸਟ ਹੈ, ਵਿਜ਼ਟਰ ਹੈ, ਕੋਸ਼ਿਸ਼ ਕਰੋ ਦੋਸਤੋ ਕਿ ਤੁਹਾਡੀ SOP ਜਿਹੜੀ ਹੈ ਉਹ ਕਿਸੇ ਦੇ ਨਾਲ ਮੈਚ ਨਾ ਕਰਦੀ ਹੋਵੇ, ਤੁਹਾਡੇ ਡਾਕੂਮੈਂਟ ਜਿਹੜੇ ਨੇ ਪ੍ਰੋਪਰ ਸਕੈਨਡ ਹੋਣ, ਤੁਹਾਡੀ LOA ਵਗੈਰਾ ਜਿਹੜੀ ਆ ਪ੍ਰੋਪਰ ਅਪਡੇਟ ਹੋਈ ਹੈ, ਤੁਹਾਡਾ ਮੈਡੀਕਲ ਜਿਹੜਾ ਪ੍ਰੋਪਰ ਅਪਡੇਟ ਹੋਇਆ ਹੋਣਾ ਚਾਹੀਦਾ ਹੈ। ਮਤਲਬ ਆਲ ਦਾ ਥਿੰਗਸ ਜਿਹੜੀਆਂ ਫਾਈਲ ਨੂੰ ਚਾਹੀਦੀਆਂ, ਤੁਹਾਡੀ ਐਲੀਜੀਬਿਲਟੀ ਜਿਹੜੀ ਬਣਾਉਂਦੀਆਂ ਨੇ। ਦੇਖੋ ਐਲੀਜੀਬਿਲਟੀ ਤੁਹਾਡੀ ਜਿਹੜੀ ਆ ਉਹ ਦੈਟ ਸ਼ੁੱਡ ਬੀ ਵੈਰੀ ਮਚ ਕਲੀਅਰ, ਚਾਹੇ ਉਹ ਡਾਕੂਮੈਂਟਰੀ ਹੈ, ਫਿਜ਼ੀਕਲ ਹੈ, ਡਿਜੀਟਲ ਹੈ, ਕਿਸੇ ਵੀ ਤਰ੍ਹਾਂ ਦੀ ਤੁਹਾਡੀ ਐਲੀਜੀਬਿਲਟੀ ਹੈ ਦੋਸਤੋ ਉਹ ਜਿਹੜੀ ਹੈ ਬਹੁਤ ਕਲੀਅਰ ਔਰ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ ਅੱਜ ਦੀ ਡੇਟ ਦੇ ਵਿੱਚ, ਜਦੋਂ ਕਿ ਇੱਕ ਸੌਫਟਵੇਅਰ ਇਹਨਾਂ ਦੇ ਉੱਤੇ ਵਰਕ ਕਰ ਰਿਹਾ ਹੈ। ਹੁਣ ਗੱਲ ਕਰਦੇ ਹਾਂ ਦੋਸਤੋ ਕਿ ਨੈਗੇਟਿਵਿਟੀ ਜਿਹੜੀ ਫੈਲ ਰਹੀ ਹੈ ਇਸ ਗੱਲ ਨੂੰ ਲੈ ਕੇ ਕਿ ਕੈਨੇਡਾ ਦੇ ਰਿਜ਼ਲਟ ਨਹੀਂ ਆ ਰਹੇ, ਕੈਨੇਡਾ ਦੇ ਰਿਜ਼ਲਟ ਬਹੁਤ ਲੇਟ ਨੇ, ਤਾਂ ਉਸ ਦੇ ਉੱਪਰ ਲਾਸਟ ਵੀ ਆਈ ਥਿੰਕ ਸੋ ਵੀਕ ਦੇ ਕਰੀਬ ਹੋ ਚੱਲਾ ਹੈ। ਇਮੀਗ੍ਰੇਸ਼ਨ ਮਿਸਟਰ ਫਰੇਜ਼ਰ ਨੇ ਇੱਕ ਸਟੇਟਮੈਂਟ ਦਿੱਤੀ ਸੀਗੀ ਕਿ ਅਸੀਂ ਤਕਰੀਬਨ 1150 ਪਰਸਨ ਦਾ ਜਿਹੜਾ ਇੱਕ ਸਟਾਫ ਹੈ ਉਹ ਰਿਕਰੂਟ ਕੀਤਾ ਹੈ ਟੂ ਕੰਪਲੀਟ ਦਾ ਬੈਕਲੌਗ, ਜਿਹੜਾ ਕਿ ਬੈਕਲੌਗ ਦੇ ਉੱਪਰ ਵੀ ਵਰਕ ਕਰੇਗਾ। ਔਰ ਉਹਨਾਂ ਨੇ ਡੈਡਲਾਈਨ ਦਿੱਤੀ ਹੈ ਬਕਾਇਦਾ ਸਟਾਫ ਨੂੰ ਕਿ 31 ਦਸੰਬਰ 2022 ਤੱਕ ਮੈਨੂੰ ਬੈਕਲੌਗ ਜਿਹੜਾ ਹੈ ਉਹ ਬਿਲਕੁਲ ਕਲੀਅਰ ਚਾਹੀਦਾ ਹੈ। ਸੋ ਹੋਪਸ ਉਮੀਦ ਕਰਦੇ ਹਾਂ ਦੋਸਤੋ ਕਿ ਆਉਣ ਵਾਲੇ ਟਾਈਮ ਦੇ ਵਿੱਚ ਫਿਊਚਰ ਦੇ ਵਿੱਚ ਜਿਹੜਾ ਹੈ ਆਪਾਂ ਨੂੰ ਰਿਜ਼ਲਟ ਬਹੁਤ ਅੱਛੇ ਦੇਖਣ ਨੂੰ ਮਿਲਣਗੇ ਔਰ ਇਨ ਟਾਈਮ ਦੇਖਣ ਨੂੰ ਮਿਲਣਗੇ। ਪ੍ਰੋਸੈਸਿੰਗ ਟਾਈਮ ਜਿਹੜਾ ਹੈ ਦੋਸਤੋ ਡੇ ਬਾਈ ਡੇ ਕੁਝ ਇਨਕਰੀਜ਼ ਹੋ ਰਿਹਾ, ਕੁਝ ਡਿਕਰੀਜ਼ ਹੋ ਰਿਹਾ ਹੈ। ਫਾਈਲਾਂ ਜਿਹੜੀਆਂ ਨੇ ਉਹ ਵੀ ਡੇ ਬਾਈ ਡੇ ਵਧੀਆਂ ਜਾ ਰਹੀਆਂ ਨੇ, ਬਟ ਬਹੁਤ ਹੀ ਇੱਕ ਸੁਚੱਜੇ ਢੰਗ ਦੇ ਨਾਲ ਇਸ ਦੇ ਉੱਪਰ ਬਕਾਇਦਾ ਇੱਕ ਸਕੀਮ ਬਣਾ ਕੇ ਇੱਕ ਆਈਡੀਓਲੋਜੀ ਦੇ ਉੱਪਰ ਤਹਿਤ ਵਰਕ ਕਰਕੇ ਬਹੁਤ ਹੀ ਵਧੀਆ ਪੈਰਾਮੀਟਰਸ ਤੇ ਕੰਮ ਕੀਤੇ ਜਾ ਰਹੇ ਨੇ ਤਾਂ ਕਿ ਬੈਕਲੌਗ ਜਿਹੜਾ ਹੈ ਉਸ ਨੂੰ ਕਲੀਅਰ ਕਰਕੇ ਆ ਜਿਹੜੀ ਨੈਗੇਟਿਵਿਟੀ ਹੈ ਮਾਰਕੀਟ ਦੇ ਵਿੱਚੋਂ ਇਸ ਨੂੰ ਰਿਮੂਵ ਕੀਤਾ ਜਾਵੇ। ਸੋ ਦੋਸਤੋ ਇਹ ਵੀਡੀਓ ਜਿਹੜੀ ਆ ਆਪ ਜੀ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਸੀ। ਇੱਕ ਐਕਚੁਅਲ ਰੀਜ਼ਨ ਜਿਹੜਾ ਸੀਗਾ ਕਿ ਰਿਫਿਊਜ਼ਲ ਕਿਉਂ ਵਧੀ ਹੈ ਉਹਦਾ ਰੀਜ਼ਨ ਇਹ ਸੀਗਾ। ਬਾਕੀ ਮਾਰਕੀਟ ਦੇ ਵਿੱਚ ਬਹੁਤ ਸਾਰੀ ਨੈਗੇਟਿਵਿਟੀ ਜਿਹੜੀ ਹੈ ਦੋਸਤੋ ਕਿ ਕੈਨੇਡਾ ਬੰਦ ਹੋ ਗਿਆ, ਕੈਨੇਡਾ ਹੁਣ ਨਹੀਂ ਚੱਲਦਾ, ਕੈਨੇਡਾ
ਖਤਮ ਹੋ ਗਿਆ। ਇਹ ਚੀਜ਼ਾਂ ਜਿਹੜੀਆਂ ਨੇ ਦੋਸਤੋ ਇਹ ਸਮਝ ਤੋਂ ਪਿਆ, ਕਿਉਂਕਿ ਇੱਕ ਸਿਆਣਾ ਕੰਸਲਟੈਂਟ ਜਿਹੜਾ ਹੈ ਉਹ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਨੈਗੇਟਿਵਿਟੀ ਨੂੰ ਪ੍ਰਮੋਟ ਨਹੀਂ ਕਰੇਗਾ। ਕੈਨੇਡਾ ਦੇਖੋ ਪਹਿਲਾਂ ਵੀ ਚੱਲਦਾ ਸੀ, ਅੱਜ ਵੀ ਚੱਲ ਰਿਹਾ, ਇਨ ਫਿਊਚਰ ਵੀ ਚੱਲੇਗਾ। ਬਹੁਤ ਸਾਰੀਆਂ ਐਪਲੀਕੇਸ਼ਨ ਜਿਹੜੀਆਂ ਨੇ ਦੋਸਤੋ ਕੈਨੇਡਾ ਦੇ ਵਿੱਚ ਅੱਜ ਵੀ ਫਾਈਲ ਹੋ ਰਹੀਆਂ, ਸੋ ਦੈਟ ਤੁਸੀਂ ਦੇਖੋ ਕਿ ਡੇ ਬਾਈ ਡੇ ਜਿਹੜਾ ਉਹਨਾਂ ਦਾ ਬੈਕਲੌਗ ਵੀ ਤਾਂ ਹੀ ਵੱਧ ਰਿਹਾ ਆ। ਸੋ ਨੈਗੇਟਿਵਿਟੀ ਰਿਊਮਰਸ ਤੋਂ ਬਾਹਰ ਆ ਜਾਓ। ਇਸ ਤੋਂ ਇਲਾਵਾ ਜੇਕਰ ਕੋਈ ਹੋਰ ਜਾਣਕਾਰੀ ਆਉਂਦੀ ਹੈ ਦੋਸਤੋ ਤਾਂ ਇਸ ਚੈਨਲ ਦੇ ਜਰੀਏ ਆਪ ਜੀ ਤੱਕ ਰੂਬਰੂ ਕਰ ਦਿੱਤੀ ਜਾਵੇਗੀ। ਇਸ ਚੈਨਲ ਨੂੰ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਕਮੈਂਟਸ ਜ਼ਰੂਰ ਕਰੋ। ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਰੀ ਹੈ ਦੋਸਤੋ, ਸਕਰੀਨ ਉੱਪਰ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਕਾਲ ਕਰਕੇ, WhatsApp ਕਰਕੇ ਜਾਂ ਈਮੇਲ ਦੇ ਜਰੀਏ ਜਿਹੜਾ ਦੋਸਤੋ ਸਾਡੇ ਨਾਲ ਤੁਸੀਂ ਰਾਬਤਾ ਕਾਇਮ ਕਰਕੇ ਆਪਣੀ ਕਲੀਅਰ ਕਰ ਸਕਦੇ ਹੋ। ਆਪਣੀ ਅਗਰ ਤੁਸੀਂ ਪ੍ਰੋਫਾਈਲ ਅਸੈਸ ਕਰਵਾਉਣਾ ਚਾਹੁੰਦੇ ਹੋ ਤਾਂ ਫ੍ਰੀ ਆਫ ਕਾਸਟ ਜਿਹੜੀ ਪ੍ਰੋਫਾਈਲ ਤੁਹਾਡੀ ਅਸੀਂ ਅਸੈਸ ਕਰਾਂਗੇ। ਅਸੈਸ ਕਰਨ ਵਾਸਤੇ ਤੁਸੀਂ ਆਪਣੀ ਪ੍ਰੋਫਾਈਲ ਜਿਹੜੀ ਹੈ ਦੋਸਤੋ ਜਾਂ ਤਾਂ WhatsApp ਕਰਨੀ ਹੈ ਜਾਂ ਸਾਡੀ Gmail ਤੇ ਸਾਨੂੰ ਮੇਲ ਕਰਨੀ ਹੈ। ਵਿਦ ਇਨ ਐਨ ਆਰ ਜਿਹੜਾ ਹੈ ਦੋਸਤੋ ਤੁਹਾਨੂੰ ਰਿਪਲਾਈ ਬੈਕ ਆਏਗਾ ਜੋ ਤੁਹਾਡੀ ਰੈਲੀਵੈਂਟ ਆਪਸ਼ਨ ਬਣਦੀ ਹੋਏਗੀ। ਸੋ ਥੈਂਕਸ ਟੂ ਵਾਚਿੰਗ ਦਿਸ ਚੈਨਲ। ਥੈਂਕ ਯੂ ਵੈਰੀ ਮਚ।